के दर्शन जेडे हैं कल 4 मई शाम को सवेर का प्रोग्राम है, सो दर्शन देने की कृपालता करें। कल का प्रोग्राम है, सो हम भाई साहब जी के पासों इलाही बाणी का कीर्तन सरवण करो। वाहिगुरु जी का खालसा वाहिगुरु जी की फतेह। गुरु साध संगत जी आओ एक शब्द की हाजिरी 10 मिनट की आप हाजिरी भरांगे, क्योंकि आप सर्व संगत सवेरे 9 सवा 9 बजे तो विराजे हुए हो, क्योंकि आप तो इतने हर हफ्ते जुड़ते ही हाँ तो बड़े बड़े भागों वाले हो आप सारे ही। तो गुरु पातशाह की बड़ी रहमत बख्शिश है सेवादार परिवारों से भाई साहब भाई मनप्रीत सिंह जी, सत्कारयोग प्रीतम सिंह जी, मेजर सिंह जी सहोता सारे ते जिन्होंने बहुत सोहने सुंदर समागम रचे हैं। धन धन सतगुरु अर्जन देव पातशाह के प्रकाश पुरब मनाते हुए धन धन बाबा ईश्वर सिंह जी नानक साह कलेरा वाले महापुरुषों का जन्म दिहाड़ा मनाते हुए समागम रचे हैं। आओ गुरु की संगत एक पावन शब्द की हाजिरी आप 15 मिनटों की आपने शब्द नजवाने जी। गुरु जी वाहे गुरु साहिब जी संतो सागर पार उतरी है, सागर पार उतरी है। कल मैं
बचन कमावे संतन का, जेको बचन कमावे संतन का, सो गुर प्रसादी करी है। कोट तीरथ मजनी स्नाना, इस कल में मेड़ भरी जय। साध संग जो हर गुण गावे, साध संग जो हर गुण गावे, सो निर्मल कर लीजै, सो निर्मल कर लीजै। संतो सागर पार उतरी है, सागर पार उतरी है। वेद कतेव सिमरत सब शास्त्र, इन पढ़िया मुक्त न होई। इन पढ़िया मुक्त न होई। इन पढ़िया मुक्त ना होई, ना होई, ना होई। गुरु की संगत सतगुरु अर्जन देव पातशाह का पावन शब्द सूही महला पंजना, उन्हां दा प्रकाश पुरब मना रहे हैं। ते गुरु की संगत जिन्हां दा शब्द है ते ਉਹ ਕਿਹਦੀ ਗੱਲ ਮੰਨਣ ਨੂੰ ਕਹਿ ਰਹੇ ਹਨ, ਖਿਆਲ ਕਰਨਾ। ਤੇ ਨਾਲ ਦੀ ਨਾਲ ਜਨਮ ਉਹਨਾਂ ਦਾ ਮਨਾ ਰਹੇ ਹਨ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸਮਝਿਆ ਹੈ ਤੇ ਮੰਨਿਆ ਹੈ। ਧਰਮ ਦੇ ਤਿੰਨ ਪੈਰ ਨੇ। ਕਰਮ, ਸਿੱਖ ਦਾ ਕਰਮ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ, ਸੰਗਤ ਵਿੱਚ ਜਾਣਾ, ਸੇਵਾ ਕਰਨੀ, ਸਿੱਖ ਦਾ ਕਰਮ ਹੈ। ਦੂਸਰਾ ਕਰਮ ਹੈ ਤੀਰਥ, ਤੀਰਥਾਂ ਦੇ ਜਾ ਕੇ ਇਸ਼ਨਾਨ ਕਰਨਾ। ਤੀਸਰਾ ਉਸ ਧਰਮ ਦੇ ਜਿਹੜੇ ਵੇਦ ਗ੍ਰੰਥ ਨੇ, ਪਾਵਨ ਬਾਣੀਆਂ ਨੇ, ਉਹਨਾਂ ਨੂੰ ਪੜ੍ਹਨਾ ਜਾਂ ਸੁਣਨਾ। ਤਿੰਨ ਤਰੀਕੇ ਨੇ ਤੇ ਦੁਨੀਆ ਦੇ ਲੋਕ ਤਿੰਨੇ ਹੀ ਢੰਗ ਕਰ ਰਹੇ ਹਨ, ਅਸੀਂ ਵੀ ਸਾਰੇ ਕਰਦੇ ਹਾਂ। ਪੰਜ ਬਾਣੀਆਂ ਦਾ ਪਾਠ ਕਦੋਂ ਪੂਰਾ ਹੋ ਗਿਆ ਮਨ ਨੂੰ ਪਤਾ ਨਹੀਂ, ਮਨ ਦੌੜ ਗਿਆ। ਜਿਸ ਕਰਮ ਦੇ ਵਿੱਚ ਟਿਕਾ ਨਹੀਂ, ਜੁੜਾ ਨਹੀਂ, ਸਹਿਜ ਨਹੀਂ, ਉਹ ਸਿਰਫ ਕਰਮ ਹੈ। ਜਿਸ ਕਰਮ ਦੇ ਵਿੱਚ ਲਗਾ ਨਹੀਂ, ਕਿਉਂਕਿ ਕਰਮ ਧਰਮ ਸਿਰਫ ਕਰਮ ਹੈ, ਕਰਮ ਕਰ ਰਿਹਾ ਹੈ। ਗੁਰੂ ਨੇ ਹੁਕਮ ਕੀਤਾ ਤੇ ਕਰ ਰਿਹਾ। ਜਪਜੀ ਦੀਆਂ 38 ਪੌੜੀਆਂ ਕੀ ਕਹਿੰਦੀਆਂ ਨੇ ਕੋਈ ਪਤਾ ਨਹੀਂ, ਸਾਰੀ ਉਮਰ ਲੰਘ ਹੀ ਪੜ੍ਹਦੇ ਹਾਂ। ਜਾਪ ਸਾਹਿਬ ਦੇ 198 ਛੰਦ ਕੀ ਕਹਿੰਦੇ ਨੇ, ਸਾਰੀ ਉਮਰ ਲੰਘ ਗਈ ਪੜ੍ਹਦੇ ਹਾਂ, ਪਤਾ ਨਹੀਂ ਕੀ ਕਹਿੰਦੇ ਨੇ, ਪਰ ਪੜ੍ਹਨਾ ਹੈ, ਪੜ੍ਹ ਰਿਹਾ ਹਾਂ, ਸਿਰਫ ਪੜ੍ਹਨ ਲਈ ਪੜ੍ਹਦੇ ਹਾਂ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦੀਸਾ, ਇਹ ਤੇ ਪਾਖੰਡ ਹੈ, ਸਮਝੀ ਨਹੀਂ ਜਦੋਂ। ਕਰਮ ਧਰਮ ਪਾਖੰਡ ਜੋ ਦੀਸਾ, ਤਿੰਨ ਜਮ ਜਗਾਤੀ ਲੂਟੈ। ਹੁਣ ਖਿਆਲ ਕਰਨਾ, ਉਹਨਾਂ ਦੀ ਗੱਲ ਕਰ ਰਹੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਕਰ ਰਹੇ ਨੇ, ਪਰ ਉਹਨਾਂ ਨੂੰ ਪਤਾ ਨਹੀਂ। ਲਿਖ ਪੜਿਆ ਤੇ ਤਾਂ ਕੜਿਆ, ਪੜ੍ਹਤਾ ਲਿਆ, ਕੜਿਆ ਕਿੰਨਾ ਕੁ, ਸਮਝ ਤੈਨੂੰ ਕਿੰਨੀ ਕੁ ਆਈ। ਇਹ ਉਹਨਾਂ ਦੀ ਗੱਲ ਨਹੀਂ ਜਿਹੜੇ ਨਹੀਂ ਕਰਦੇ। ਖਿਆਲ ਕਰਨਾ, ਉਹਨਾਂ ਦੀ ਗੱਲ ਹੈ ਜਿਹੜੇ ਨਾਗਾ ਨਹੀਂ ਪਾਉਂਦੇ, ਨਿਤਨੇਮੀ ਨੇ, ਕਰਮ ਕਰ ਰਹੇ ਨੇ। ਕਿਉਂਕਿ ਅਸੀਂ ਮਹਾਪੁਰਸ਼ਾਂ ਦੀ ਨਿੰਦਾ ਬੜੇ ਜ਼ੋਰ ਨਾਲ ਕਰਦੇ ਹਾਂ, ਉਹਨਾਂ ਨੂੰ ਛੁਟਾਉਣਾ ਬੜਾ ਸਾਡਾ ਤਾਂ ਸੁਭਾਅ ਬਣ ਗਿਆ ਹੈ। ਕਿਉਂਕਿ ਜੁੜਨਾ ਬੜਾ ਔਖਾ ਹੈ, ਟੁੱਟਣਾ ਤੇ ਬੜਾ ਸੌਖਾ ਹੈ। ਕਿਸੇ ਦਾ ਇੱਕ ਅਵਗੁਣ ਫੜ ਲਓ ਤੇ ਜੁੜਨ ਲਈ ਕਿਸੇ ਦੇ 99 ਗੁਣ ਵੀ ਘੱਟ ਪੈ ਜਾਂਦੇ ਹਨ। ਕਿਸੇ ਨਾਲ ਜੁੜਨਾ ਹੋਵੇ ਨਾ, ਉੱਥੇ 99 ਗੁਣ ਹੋਣ, ਤੇ ਜੇ ਕਿਤੇ ਇੱਕ ਅਵਗੁਣ ਸਾਨੂੰ ਨਜ਼ਰ ਆ ਜਾਵੇ, ਅਸੀਂ ਉਹਨੂੰ ਫੜ ਕੇ ਉਹ ਤੋਂ ਟੁੱਟ ਜਾਂਦੇ ਹਾਂ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਹਨ ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਦੇ ਕਰ ਨਿਮਖ,
ਹੁਣ ਇੱਕ ਤੇ ਉਮਰ ਹੋ ਗਈ ਹੈ ਕਰਮ ਕਰਦੇ ਨੂੰ ਇੱਕ ਮਨੁੱਖ ਨੂੰ ਧਰਮ ਦਾ, ਪਰ ਜਮ ਜਗਾਤੀ ਲੁੱਟਣਗੇ। ਦੂਸਰੇ ਪਾਸਿਓਂ ਕਿਹੜੀ ਚੀਜ਼ ਹੈ ਇੱਕ ਨਿਮਖ ਦੇ ਨਾਲ ਵੀ ਛੁਟਕਾਰਾ ਕਰ ਸਕਦੀ ਹੈ। ਤੇ ਗੁਰੂ ਕੀ ਸੰਗਤ ਬਹੁਤ ਸਮਾਂ ਨਹੀਂ ਲਵਾਂਗਾ, ਕੁਝ ਮਿੰਟਾਂ ਦੇ ਵਿੱਚ ਸਮਾਪਤੀ ਕਰਾਂਗਾ, ਕਿਉਂਕਿ ਤਿੰਨ ਤਰੀਕੇ ਨੇ, ਇੱਕ ਕਰਮ, ਇੱਕ ਤੀਰਥ ਤੇ ਇੱਕ ਵੇਦ ਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਜਿਹੜੀ ਅਸੀਂ ਪੜ੍ਹਦੇ ਹਾਂ। ਸਾਡੀ ਜਿਹੜੀ ਗੁਰੂ ਹੈ ਬਾਣੀ, ਇਸ਼ਟ ਹੈ ਸਾਡਾ, ਔਰ ਤਿੰਨੇ ਹੀ ਕਰਮ ਹਰ ਸਿੱਖ ਕਰਦਾ ਹੈ। ਕਿਹੜੀ ਕਮੀ ਹੈ ਜਿੱਥੇ ਜਾ ਕੇ ਘਾਟ ਰਹਿ ਜਾਂਦੀ ਹੈ। ਤੇ ਗੁਰੂ ਕੀ ਸੰਗਤ ਬਾਬਾ ਆਨੰਦ ਸਿੰਘ ਜੀ ਜਦੋਂ ਸੰਤ ਬਾਬਾ ਵਧਾਵਾ ਸਿੰਘ ਜੀ ਦੇ ਲਹਿਰੇ ਬੇਗੇ ਵਾਲਿਆਂ ਕੋਲ ਗਏ ਨਾ, ਨਿਤਨੇਮੀ ਨੇ, ਬਾਣੀ ਪੜ੍ਹਨ ਵਾਲੇ ਨੇ, ਅੰਮ੍ਰਿਤਧਾਰੀ ਨੇ, ਤੇ ਜਦੋਂ ਵਚਨ ਕੀਤਾ ਨਾ ਬਾਬਾ ਜੀ ਸਤਿਗੁਰੂ ਦੇ ਦਰਸ਼ਨ ਕਰਵਾਓ, ਤੇ ਬਾਬਾ ਵਧਾਵਾ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ ਰੁਮਾਲਾ ਚੁੱਕ ਦਿੱਤਾ। ਤੇ ਜਦੋਂ ਵਚਨ ਕੀਤਾ ਬਾਬਾ ਜੀ ਪਰਮੇਸ਼ਰ ਦੇ ਦਰਸ਼ਨ ਚਾਹੀਦੇ ਨੇ, ਪਰਮੇਸ਼ਰ ਚਾਹੀਦਾ ਹੈ। ਤੇ ਬਾਬਾ ਵਧਾਵਾ ਸਿੰਘ ਨੇ ਕਹਿੰਦੇ ਹਨ ਮੁੜ ਕੇ ਵੇਖਿਆ ਇਹ ਵਿਦਿਆਰਥੀ ਕਿਹੜਾ ਹੈ, ਨੌਜਵਾਨ ਜਿਹੜਾ ਪਰਮੇਸ਼ਰ ਨੂੰ ਸਿੱਧਾ ਲੱਭਣਾ ਚਾਹੁੰਦਾ ਹੈ। ਹੁਣ ਅੰਮ੍ਰਿਤਧਾਰੀ ਨੇ, ਨਿਤਨੇਮੀ ਨੇ, ਬਾਣੀ ਪੜ੍ਹਨ ਵਾਲੇ ਨੇ, ਟਕਸਾਲੀ ਨੇ, ਬਾਬਾ ਵਧਾਵਾ ਸਿੰਘ ਜੀ ਵੀ ਪੂਰਨ ਪੁਰਸ਼ ਨੇ। ਤੇ ਜਦੋਂ ਨੌਜਵਾਨ ਨੇ ਕਿਹਾ ਕਿ ਮੈਨੂੰ ਪਰਮੇਸ਼ਰ ਦੇ ਦਰਸ਼ਨ ਚਾਹੀਦੇ ਨੇ, ਪਾਰ ਬ੍ਰਹਮ ਚਾਹੀਦਾ, ਤੇ ਕਹਿੰਦੇ ਨੇ ਬਾਹ ਪਕੜੀ ਤੇ ਉੱਚੋਂ ਲੈ ਗਏ ਨੇ ਮਹਾ ਹਰਨਾਮ ਸਿੰਘ ਦੇ ਕੋਲ। ਤੇ ਅਸੀਂ ਵੀ ਅਟਕ ਜਾਂਦੇ ਹਾਂ ਨਾ ਕਿਤੇ ਨਾ ਕਿਤੇ। ਸੰਤ ਬਾਬਾ ਸੁੰਦਰ ਸਿੰਘ ਜੀ ਨਿਤਨੇਮੀ ਨੇ, ਸਾਰੇ ਗੁਰਮਤਿ ਦੇ ਗ੍ਰੰਥ ਪੜ੍ਹੇ ਨੇ, ਸਾਰੇ ਅਨਮਤਾ ਦੇ ਗ੍ਰੰਥ ਪੜ੍ਹੇ ਨੇ, ਹਿੰਦੂ ਮਤ ਦੇ ਸਾਰੇ, ਸਨਾਤਨ ਮਤ ਦੇ ਗ੍ਰੰਥ ਪੜ੍ਹੇ ਨੇ, ਵੇਦ ਪੜ੍ਹੇ ਨੇ। ਜਦੋਂ ਪੜ੍ਹਾ ਕੇ ਸਾਰਾ ਕੁਝ ਨਿਬੜ ਗਿਆ ਨਾ, ਹੁਣ ਸਮਝ ਆਈ ਕਿ ਕੋਈ ਖੇਡ ਹੈ ਕਿਤੇ ਵੱਖਰੀ। ਫਿਰ ਕਹਿੰਦੇ ਨੇ ਚੱਲ ਕੇ ਗਏ ਬਾਬਾ ਬਿਸ਼ਨ ਸਿੰਘ ਮਰਾਲੇ ਵਾਲਿਆਂ ਕੋਲ। ਉਹਨਾਂ ਦੇ ਕੋਲੋਂ ਰਮਜ ਮਿਲੀ, ਸਮਝ ਮਿਲੀ। ਉਹ ਕਰਮ ਜਿਹੜਾ ਕਰਦੇ ਸੀ ਉਹਦੇ ਵਿੱਚ ਟਿਕਾ ਆਇਆ, ਉਹ ਕਰਮ ਕਰਦਿਆਂ ਜਿਹੜਾ ਧਰਮ ਪ੍ਰਾਪਤ ਹੋਣਾ ਸੀ ਉਹਦੇ ਵਿੱਚ ਜੁੜਾ ਆਇਆ। ਤੇ ਉਹ ਜਿਹੜੀ ਨਿਮਖ ਦੀ ਗੱਲ ਕਰਦੇ ਨੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ, ਉੱਥੇ ਸਮਝ ਆਈ ਜਾ ਕੇ ਬਾਬੇ ਬਿਸ਼ਨ ਸਿੰਘ ਮਰਾਲੇ ਵਾਲਿਆਂ ਕੋਲ। ਸੰਤ ਬਾਬਾ ਅਤਰ ਸਿੰਘ ਮਹਾਪੁਰਸ਼ਾਂ ਦਾ ਜੀਵਨ ਪੜ੍ਹ ਲਓ, ਉਹਨਾਂ ਨੂੰ ਵੀ ਮਹਾਪੁਰਸ਼ ਮਿਲਿਆ ਆ ਕੇ, ਜਿਹਨੇ ਦੱਸਿਆ ਕਰਮ ਤੇ ਕਰਦਾ ਹੈ, ਇਹਦੇ ਵਿੱਚ ਟਿਕਾ ਕਿਵੇਂ ਆਵੇ, ਇਸ ਕਰਮ ਦੇ ਵਿੱਚੋਂ ਪ੍ਰਾਪਤੀ ਕਿਵੇਂ ਹੋਵੇ, ਕਿਉਂਕਿ ਕਰਮ ਤੇ ਅਸੀਂ ਸਾਰੇ ਕਰਦੇ ਹਾਂ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ, ਕਿਉਂਕਿ ਜਿਤਨੀ ਦੇਰ ਸਾਨੂੰ ਜੋ ਅਸੀਂ ਕਰਦੇ ਹਾਂ ਉਹਦੇ ਬਾਰੇ ਸਮਝ ਨਹੀਂ, ਉਹਦੇ ਬਾਰੇ ਪਤਾ ਨਹੀਂ, ਉਹ ਪਖੰਡ ਹੈ। ਸਾਨੂੰ ਸਮਝ ਨਹੀਂ, ਅਸੀਂ ਕਰਦੇ ਹਾਂ ਪਰ ਉਹਦੇ ਬਾਰੇ ਸਮਝਣਾ ਵੀ ਨਹੀਂ ਚਾਹੁੰਦੇ, ਕਿਉਂਕਿ ਪੜ੍ਹਦੇ ਹਾਂ ਸਿਰਫ ਪੜ੍ਹਨ ਲਈ, ਗਾਉਂਦੇ ਹਾਂ ਸਿਰਫ ਗਾਉਣ ਲਈ, ਪਹਿਰਾਵਾ ਪਾਇਆ ਹੈ ਸਿਰਫ ਦਿਖਾਉਣ ਲਈ। ਪਰ ਗੁਰੂ ਕੀ ਸੰਗਤ, ਗੁਰੂ ਅਰਜਨ ਦੇਵ ਪਾਤਸ਼ਾਹ ਇੱਥੇ ਖੁਸ਼ ਨਹੀਂ ਹੁੰਦਾ। ਉਹ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ। ਉੱਥੇ ਸਾਰੀ ਉਮਰ ਗਾਉਣ ਦੀ ਲੋੜ ਨਹੀਂ, ਇੱਕ ਨਿਵੇਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਚਿੱਤ ਜੇ ਕਿਤੇ ਇੱਕ ਛਿਨ, ਪਰ ਉਸ ਇੱਕ ਛਿਨ ਨੂੰ ਇੱਕ ਚਿੱਤ ਬਣਾਉਣ ਦੇ ਲਈ ਉਮਰ ਲੱਗ ਜਾਂਦੀ ਹੈ। ਉਹ ਦੱਸੇਗਾ ਕੋਈ ਜਿਹਨੇ ਕੀਤਾ ਹੈ, ਜਿਹਨੇ ਸਮਝ ਰੱਖੀ ਹੈ, ਜਿਹੜਾ ਉਸ ਰਾਹ ਤੇ ਚੱਲਿਆ ਹੈ। ਨਹੀਂ ਤੇ ਗੁਰੂ ਕੀ ਸੰਗਤ ਕੋਈ ਘਰ ਕਿਤਨੇ ਮਰਜ਼ੀ ਡਿਗਰੀਆਂ ਵਾਲੀਆਂ ਕਿਤਾਬਾਂ ਪੜ੍ਹੀ ਜਾਵੇ, ਜਿਤਨੀ ਦੇਰ ਕਿਸੇ ਪ੍ਰੋਫੈਸਰ ਜਾਂ ਕਿਸੇ ਮਾਸਟਰ ਦੇ ਕੋਲ ਜਾ ਕੇ ਪੜ੍ਹਦਾ ਨਹੀਂ ਨਾ, ਉਹ ਪਾਸ ਨਹੀਂ ਹੁੰਦਾ, ਸਫਲ ਨਹੀਂ ਹੁੰਦਾ। ਕੋਟ ਤੀਰਥ ਮਜਦੀ ਇਸਨਾਨਾ, ਇਸ ਕਲ ਮੈਂ ਮਹਿਲ ਭਰੀ ਦੇ। ਕਰੋੜਾਂ ਤੀਰਥ ਨੇ, ਇੱਕ ਨਹੀਂ, ਕੋਟ ਤੀਰਥ ਮਜਦ ਇਸ਼ਨਾਨਾ, ਕਰੋੜਾਂ ਵਾਰ ਕੋਈ ਇਸ਼ਨਾਨ ਕਰੀ ਜਾਵੇ। ਇਸ ਕਲ ਮੈਂ ਮੈਲ ਭਰੀ ਜੈ, ਕਲਜ ਦੇ ਵਿੱਚ ਉਤਨੀ ਮੈਲ ਆਉਂਦੀ ਹੈ। ਮੈਂ ਇੰਨੇ ਵਾਰੀ ਨਹਾ ਲਿਆ ਜੀ ਉਸ ਤੀਰਥ ਤੇ, ਮੈਂ ਇਤਨੀ ਵਾਰ ਹੇਮਕੁੰਟ ਸਾਹਿਬ ਜਾਇਆ, ਮੈਂ ਇਤਨੀ ਵਾਰ ਹਜੂਰ ਸਾਹਿਬ ਜਾਇਆ, ਮੈਂ ਇਤਨੀ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰ ਆਇਆ। ਇਹ ਵੀ ਸੂਖਸ਼ਮ ਮੈਲ ਹੈ। ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀ ਜੈ, ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਹੁਣ ਤੀਰਥਾਂ ਤੇ ਵੀ ਜਾਣ ਦੀ ਤੋੜ ਨਹੀਂ। ਤੀਰਥ ਦੇਖ ਨਾ ਜਲ ਮੈਂ ਪੈਸੋ, ਜੀ ਜੰਤ ਨਾ ਸਤਾਵੋਂਗੋ, 68 ਤੀਰਥ ਗੁਰੂ ਦਿਖਾਏ, ਘਟ ਹੀ ਪੀਤ ਨਾਵੋਂਗੋ। ਇਹਦੇ ਵਿੱਚ ਹੀ ਇਸ਼ਨਾਨ ਹੋ ਜਾਂਦਾ ਹੈ ਗੁਰੂ ਕੀ ਸੰਗਤ। ਪਰ ਜਦੋਂ ਜਿਹੜਾ ਜੁੜਿਆ ਹੋਇਆ ਹੈ, ਜਿਹੜਾ ਟਿਕਿਆ ਹੋਇਆ ਹੈ, ਉਸ ਦੀ ਜਦੋਂ ਗੱਲ ਮੰਨਦਾ ਹੈ ਸਿੱਖ, ਕੋਟ ਤੀਰਥ ਮਜਨੀ ਇਸ਼ਨਾਨਾ, ਇਸ ਕਲ ਮੈਂ ਮਹਿਲ ਭਰੀ ਜੈ, ਸਾਧ ਸੰਗ
सो निर्मल कर लीजै, सो निर्मल कर लीजै। संतो सागर पार उतरिए, सागर पार उतरिए। वेदिक देव सिमरत सब शास्त्र, इन पढ़िया मुक्त न होई। वेद कतेव सिमरत सब शास्त्र, पढ़ पढ़ गड्डी लदी है, पढ़ पढ़ भरिया साथ, पढ़ पढ़ बेड़ी पाई है, पढ़ पढ़ गड्डी खात। पढ़िया जेते वर्ष वर्ष, पढ़िया जेते मास, पढ़िया जेती आरजा, पढ़िया जेते सास। नानक लेखा एक गल, उस गल की गल करते हैं गुरु अर्जन देव पातशाह। तेरे कोल कर्म भी है पर वो गल नहीं, तेरे कोल तीर्थां दा इशनान भी है पर वो गल नहीं, तू वेद बाणी भी पढ़दा है पर वो गल दी तैनूं समझ नहीं। क्योंकि सत्कारयोग वीर जी ने दारा सिंह जी ने सत्ते बलवंड दी साखी आप दे नाल सांझी कीती ना। क्योंकि सतगुरु गुरु अर्जन देव पातशाह इतना दयालु कृपालु है, ਉਹਦੇ ਇੱਕ ਬਚਨ ਦੇ ਵਿੱਚ ਕਈ ਭਲੇ ਨੇ, ਕਈ ਫਾਇਦੇ ਨੇ। ਕਿਵੇਂ ਪੰਜਮ ਪਾਤਸ਼ਾਹ ਤੱਕ ਆਮ ਸਿੱਖ ਸੰਗਤਾਂ ਸਮਝਦੀਆਂ ਸਨ ਕਿ ਕੀਰਤਨ ਕਰਨਾ ਰਬਾਬੀਆਂ ਦਾ ਕੰਮ ਹੈ, ਇਹਨਾਂ ਦਾ ਕੰਮ ਹੈ, ਅਸੀਂ ਕਿਉਂ ਕਰੀਏ, ਅਸੀਂ ਤੇ ਸਰਦਾਰ ਹਾਂ, ਖੱਤਰੀ ਹਾਂ, ਰਾਜਪੂਤ ਹਾਂ, ਬ੍ਰਾਹਮਣ ਹਾਂ, ਵੱਡੀਆਂ ਜਾਤਾਂ ਦੇ, ਤਾਂ ਇਹਨਾਂ ਦਾ ਕੰਮ ਹੈ, ਸਾਡਾ ਨਹੀਂ। ਤੇ ਗੁਰੂ ਕਹਿੰਦਾ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਇ ਧਿਆਨਾ, ਖੁੱਲਿਆ ਕਰਮ ਕਿਰਪਾ ਪਈ ਠਾਕਰ ਕੀਰਤਨ ਹਰ ਹਰ ਗਾਈ। ਗੁਰੂ ਤੇ ਕਹਿੰਦਾ ਹੈ ਹੁਣ ਸਿੱਖ ਨਹੀਂ ਸਮਝਣ ਨੂੰ ਤਿਆਰ, ਤੇ ਗੁਰੂ ਨੇ ਖੇਡ ਵਰਤਾਈ, ਜੇ ਗੁਰ ਪਰਮਾਏ ਸਾਂਗ ਕਲ ਸਿੱਖ ਕਿਆ ਵਿਚਾਰ। ਤੇ ਗੁਰੂ ਤਾਂ ਸਿੱਖ ਦੇ ਹਿਰਦੇ ਦਾ ਖੋਟ ਬਾਹਰ ਕੱਢਣਾ ਚਾਹੁੰਦਾ ਹੈ। ਸੁਨਿਆਰ ਦਾ ਸੋਨੇ ਦੇ ਨਾਲ ਵੈਰ ਨਹੀਂ, ਉਹਦਾ ਖੋਟ ਸਾੜਦਾ ਹੈ। ਜੋ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੈ, जब ते शुद्ध भय है बारह तब ते थान फिर। क्योंकि जितनी देर खोट है दौड़ता है। ते गुरु की संगत ते कहा सहज बनाओ, बस 2 मिनटां च समाप्ति करांगा। पिछों हुक्म होया सी कि 15 मिनट आप दे नाल सांझ पाई जावे कीर्तन दी। ते वीर जी दी गल दे नाल गल जोड़दा हां, क्योंकि गुरु दा जिहड़ा मिठ बोलड़ा जी, हर सज्जन सुआमी मोरा, ओ समां संभल सकी जी, ओ कदे ना बोले कौड़ा। कौड़ा बोलना जाने पूर्ण भगवान है, अवगण को ना चितारै। उते औगण कोई चितारदा ही नहीं। जे गुरु किसी नूं कुछ कहंदा है ते उहदा खोट साड़न दे लई, उहदा भला करन लई। ते गुरु दे उस कौतक दे विच 3 भले सन। आम सिखां नूं कीर्तन दी दात देणी, ते अपने सिख नूं प्रगट करना लद्दा जी पर उपकारी नूं। ते गुरु की संगत भन मथरा कछ भेद नहीं, गुर अर्जन प्रतख हर। ते जेड़े प्रतख हरि दी हजूरी विच कीर्तन करदे होण, उन्हां दे मन विच बैल नहीं हो सकदी। इह गुरु दा कौतक सी, कोई कर्म कटना सी उन्हां दा। ते आम सिख संगतां दी झोली विच कीर्तन दी दात पाई, नहीं ते गुरु की संगत दास उसे ही परिवारां दे विचों चलिया आउंदा है। जे किते ओह खेड ना वरतदी, ਅਸੀਂ ਸਪੈਸ਼ਲ ਜਹਾਜ਼ਾਂ ਤੇ ਆਉਣਾ ਸੀ ਇੰਡੀਆ ਤੋਂ ਕੀਰਤਨ ਕਰਨ, ਤੇ ਨਾਲੇ ਭੱਜ ਪੈਣਾ ਸੀ, ਇਸ ਸਾਲ ਸਾਡੇ ਕੋਲ ਟਾਈਮ ਨਹੀਂ, ਅਗਲੇ ਸਾਲ ਆਇਓ। ਕਿਉਂਕਿ ਗੁਰ ਇਤਿਹਾਸ ਵਿੱਚ 2 ਪੁਸਤਕਾਂ ਹੋਈਆਂ ਨੇ, ਇੱਕ ਅਮਰਨਾਮਾ ਤੇ ਇੱਕ ਜਫਰਨਾਮਾ। ਤੇ ਜਿਹੜਾ ਅਮਰਨਾਮਾ ਸੀ ਨਾ, ਦਾਸ ਦੇ ਪਰਿਵਾਰ ਕੋਲ 1942 ਤੱਕ ਰਿਹਾਗਾ। ਉਹਦੀ ਜਿਹੜੀ 43-44 ਦੇ ਵਿੱਚ ਮੇਰਾ ਖਰ ਕਰਮ ਸਿੰਘ ਹਿਸਟੋਰੀਅਨ ਨੇ ਜਿਹੜੀ ਕਾਪੀ ਕਰਵਾਈ ਸੀ ਲਾਹੌਰ ਦੇ ਵਿੱਚੋਂ ਨਾ, ਉਹ ਦਾਸ ਕੋਲ ਹੁਣ ਵੀ ਲੁਧਿਆਣੇ ਪਈ ਹੈ। ਕਿਉਂਕਿ ਸੱਤਾ ਬਲਵੰਡ ਰਬਾਬੀ ਉਸ ਪਰਿਵਾਰਾਂ ਦੇ ਵਿੱਚ ਸੰਬੰਧ ਚੱਲਿਆ ਆਉਂਦਾ ਹੈ ਦਾਸਾਂ ਦਾ। ਜੇ ਕਿਤੇ ਉਹ ਉਦੋਂ ਭੁੱਲਣਾ ਨਾ ਕਰਦੇ ਤੇ ਸਾਡੀਆਂ ਮੌਜਾਂ ਸੀ ਅੱਜ ਵੀ। ਤੇ ਗੁਰੂ ਕੀ ਸੰਗਤ ਚਲੋ ਆਪਾਂ ਇਸ ਪਾਸੇ ਨਾ ਜਾਈਏ, ਕਿਉਂਕਿ ਸੱਤੇ ਬਲਵੰਡ ਦੀ ਗੱਲ ਕਰੀ ਵੀਰ ਜੀ ਨੇ, ਕਿਉਂਕਿ ਜੋ ਬਜ਼ੁਰਗਾਂ ਤੋਂ ਅਸੀਂ ਸੁਣਿਆ ਹੈ, ਜੋ ਬਜ਼ੁਰਗਾਂ ਤੋਂ ਅਸੀਂ ਸੁਣਦੇ ਆਏ ਹਾਂ, ਉਹਨਾਂ ਗੱਲਾਂ ਦੀ, ਉਹਨਾਂ ਸਾਖੀਆਂ ਦੀ ਕਹਾਣੀ ਪਾਉਂਦਾ ਹਾਂ। ਤੇ ਗੁਰੂ ਨੇ ਉਹਨਾਂ ਸਿੱਖਾਂ ਦਾ ਹਿਰਦੇ ਦੇ ਵਿੱਚੋਂ ਮੈਲ ਸਾੜ ਕੇ ਨਾ ਆਪਣੀ ਗੋਦ ਵਿੱਚ ਬਿਠਾ ਲਿਆ। ਤੇ ਜਦੋਂ ਕੋਈ ਵੀ ਸਿੱਖ ਮੱਥਾ ਟੇਕਦਾ ਹੈ ਤੇ ਸੱਤੇ ਬਲਵੰਡ ਨੂੰ ਵੀ ਟੇਕਿਆ ਜਾਂਦਾ ਹੈ। ਤੇ ਗੁਰੂ ਨੇ ਉਹਦਾ ਖੋਟ ਸਾੜ ਕੇ ਆਪਣੇ ਵਿੱਚ ਮਿਲਾ ਲਿਆ ਤੇ ਲੱਦਾ ਜੀ ਪਰ ਉਪਕਾਰੀ ਨੂੰ ਬਖਸ਼ ਦਿੱਤਾ। ਤੇ ਇਹ ਸੱਤਾ ਬਲਵੰਡ ਗੁਰੂ ਕੀ ਸੰਗਤ ਫਿਰ ਪਤਾ ਕੀ ਬਣਿਆ, 6ਵੇਂ ਪਾਤਸ਼ਾਹ ਲਾਹੌਰ ਦੇ ਵਿੱਚ ਬਰਾਜੇ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ, 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ। ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਨੇ ਦੋਨੋਂ ਭਰਾ। ਤੇ ਕੀਰਤਨ ਕਰਦਿਆਂ ਆਖਰੀ ਜਦੋਂ ਸ਼ੰਤ ਆਇਆ ਨਾ, ਹਰ ਯੁਗ ਜੋ ਭਗਤੋ ਪਾਇਆ ਤੋਂ ਪਹਿਲਾਂ ਸਾਜ ਰੋਕ ਦਿੱਤੇ, ਕੀਰਤਨ ਬੰਦ ਕਰ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸਤਾ ਜੀ ਬਲਵੰਡ ਜੀ ਕੀ ਹੋਇਆ? ਦਾਤਾ ਜੀ ਉਹ ਹੁਕਮ ਆ ਗਿਆ ਹੈ,
बुलावा आ गया ते कहंदे ने चंगा सत्ता जी फिर आसा दी वार संपूर्ण करो। जो अखीर ते कहा ना शुद्ध कहा आसा दी वार ते कहंदे दोनों ने उत्थे ही शरीर त्याग दिते गुरु छेवें पातशाह दी हजूरी च। ये सन सत्ता बलवंड गुरु की संगत ते गुरु पातशाह ने छेवें पातशाह ने भाई बाबा बुड्ढा जी का शरीर का संस्कार हत्थी किया, सत्ते बलवंड जी का शरीर का संस्कार हत्थी किया, भाई गुरदास जी भाई विधि चंद जी किहड़े महापुरुषों का हत्थी संस्कार किया। उन्हां दे विचों सत्ता बलवंड भी जी सन जिन्हां नूं इतनी दात इतनी बख्शिश प्राप्त हुई कि छेवें पातशाह ने आप उन्हां दे शरीरां दा संस्कार करके ते कहंदे मुक्त 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 किन्ने बार कहा। ते गुरु की संगत ये है गुरु का दर घर, क्योंकि कर्म भी असीं करते हाँ तीर्थां ते भी जाते हाँ वेद भी पढ़ते हाँ पर वो नानक लेखा एक गल और हौमै चखना चाख। वो गल मिलेगी जिन्हें गल कमाई है जेड़ा गल ते राह ते चलिया है। ते गुरु अर्जन देव पातशाह नूं पुछिया कि इस गल नूं खत्तरी ब्राह्मण शूदर केड़ा प्राप्त कर सकता है। ते गुरु पातशाह ने झगड़ा निबेड़ दिता आखिरी पदे दे विच खत्तरी ब्राह्मण शूद वैश्य उपदेश चौबरना को साजा। इस कर्म नूं टिक के भावें खतरी करे भावें शूदर करे भावें वैश्य करे कोई भी कर लवे चारे वर्णा चो खतरी ब्राह्मण शूद वैश्य उपदेश चौबरना को साझा। चारे वर्णा नूं साझा उपदेश है। गुरमुख नाम जपै उधर है सो कलम है नानक घट घट मांझा। कलयुग दे विच जेड़ा नाम जपेगा जेड़ा नाम सिमरन करेगा नाम दे नाल जुड़ेगा वो उधर जावेगा उदा उद्धार हो जाएगा। पर कदों संतो सागर पार उतरी है सागर पार उतरी है। जे को बचन कमावे संतन का जे को बचन कमावे संतन का सबुर प्रसादी करी है। जे को वचन कमावे संतन का जेड़ा संतां दा वचन कमावेगा पर करेगा गुरु दी कृपा नाल सो गुर प्रसादी करी है। क्योंकि जफरनामा ते अमरनामा दोनों ही दसम पातशाह दी लिखत है गुरु की संगत। जफरनामा दीने कांगड़ लिखिया सी ते अमरनामा जेड़ा सी नत्था अब्दुल दो ढाडी सन गुरु पातशाह दे नाल नरेड़ दे विच हजूर साहब दे विच। जो 52 वचन करन तो बाद कलगीधर पातशाह ने सचखंड बयाना करन दी तैयारी कीती ना उन्हें दोनों रबाबियां ने बेनती की दाता सानू की हुक्म है। उदों फिर एक लिखत लिखी जिहदा नाम सी अमरनामा वो लैके फिर साबो दे इलाके विच टिके तलवंडी साबो दमदमा दे इलाके विच ते दास दा पिंड भी उत्थे ही है। ते वो 1942 तक वो अमरनामा रहा ते करम सिंह हिस्टोरीयन किसी ढंग नाल लै गया बुजुर्गां दे कोलों। वो हुण पंजाबी यूनिवर्सिटी दे विच दाखल है। पर जो सोझी आई कमलियां नूं कि बड़ी कीमती चीज दे बैठे सी ते एवं सानू ते पता नहीं सी। जो फिर ओदा पिछा कीता करम सिंह हिस्टोरीयन दा गुरु की संगत ओदी नकल क्योंकि अंग्रेजां ने 1942-43 विच लाहौर एक पंजाबी प्रिंटिंग प्रेस लगाई सी। ईसाईयत दा जो किताबां छाप के बनदे सन सिखां नूं पंजाबियां नूं ईसाई बनाउण दे लई वो करम सिंह उत्थे जाके जिहड़ियां फारसी ਦੀਆਂ ਲਿਖਤਾਂ ਸੀ ਉਹਦੀ प्रिंटिंग करा के ਉਹਨੂੰ ਪੰਜਾਬੀ ਦੇ ਵਿੱਚ ਲੱਥਾ ਕਰਕੇ ਉਹਦੀ ਪੜਤੋੜ ਕਰਦਾ ਸੀ। ਇਹਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ कोई रड़ा तो नहीं किसी ने किया। फिर वो जिहड़ी नकल सी वो मिली साडे बड़ियां नूं। पर गुरु की संगत गुरु दा जिहड़ा सब तो बड़ी दात है गुरु दा शब्द गुरु दी बाणी जिहड़ी दे विच सच्चा ते सुच्चा उपदेश धुर की बाणी आई ते सगली चिंत मिटाई दा संदेश है। जिहड़ा कमावेगा कर्म करेगा नहीं कर्म दे नाल जो टिका बनावेगा जुड़ा बनावेगा। तीर्थां ते सारे जांदे हैं तीर्थां दे जाण दे नाल वो एक गल जदों समझ आई बाणी पढ़दे जदों उस गल दी समझ आई ना वो एक गल जदों पल्ले पै गई ना फिर भावें कोई खतरी ब्राह्मण शूद वैश्य उपदेश चौ वर्णा को साझा। पर गल है उस एक गल दी खतरी ब्राह्मण शूद वैश्य उपदेश चौ वर्णा को साझा। गुरमुख नाम जपै उधर है सो कलम नानक घट घट मांझा नानक घट
संतो सागर पार उतरी है। हे गुरु के सिखो संतो सागर तो पार उतरिया जा सकता है जे को बचन कमावे संतन का। ਜਿਹੜਾ ਸੰਤਾਂ ਦਾ ਕਮਾਈ ਵਾਲਿਆਂ ਦਾ ਬਚਨ ਕਮਾਵੇਗਾ ਨਾ ਫਿਰ ਹੋਵੇਗਾ ਕਿ ਸੋ ਗੁਰ ਪ੍ਰਸਾਦੀ ਧਰੀ ਹੈ। ਗੁਰੂ ਦੀ ਕਿਰਪਾ ਨਾਲ ਉਹ ਤਰ ਜਾਵੇਗਾ ਜਿਹੜਾ ਬਚਨ ਸੰਤਾਂ ਦਾ ਕਮਾਵੇ। ਗੁਰੂ ਕੀ ਸੰਗਤ ਕਥਾ ਕੀਰਤਨ ਬਖਸ਼ਾਨ ਕਰਦਿਆਂ ਅਨੇਕਾਂ ਬੇਅੰਤ ਭੁੱਲਾਂ ਟੁੱਟੀਆਂ ਹੋਈਆਂ ਹੋਣਗੀਆਂ ਤੇ ਗੁਰੂ ਕੀ ਸੰਗਤ ਸਰਬਤ ਗੁਰੂ ਘਰਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਰਬਤ ਰਾਗੀ ਸਿੰਘਾਂ ਦਾ ਕੋਟਾਨ ਸ਼ੁਕਰਾਨਾ ਧੰਨਵਾਦ ਜਿਹੜੇ ਚੱਲ ਕੇ ਆਏ ਇਸ ਗੁਰੂ ਘਰ ਵਿਖੇ ਆ ਕੇ ਹਰ ਜਸ ਦੇ ਨਾਲ ਆਪ ਸਰਬ ਸੰਗਤਾਂ ਨੂੰ ਨਿਹਾਲ ਕੀਤਾ। ਹਰ ਜਸ ਦੀ ਝੜੀਆਂ ਲਗੀਆਂ ਝਿਮ ਝਿਮ ਬਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ। ਤੇ ਗੁਰੂ ਕੀ ਸੰਗਤ ਦਾਸ ਕੁਝ ਸਮਾਂ ਉੱਤੇ ਵੀ ਲੈ ਗਿਆ ਖਿਮਾ ਦਾ ਜਾਚ ਖਾਂ। ਆਓ ਆਪਾਂ ਹੁਣ ਆਨੰਦ ਬਾਣੀ ਨੂੰ ਸਭ ਦੇ ਨਾਲ ਜੁੜੀਏ ਜੀ। ਉਸ ਤੋਂ ਉਪਰੰਤ ਅਰਦਾਸ ਬੇਨਤੀ ਨਾਲ ਜੁੜਨਾ ਹੈ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਕਾਸ਼ ਪੁਰਬ ਅਤੇ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਨਾਮਸਰ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਦੀਆਂ ਆਪ ਸਰਬ ਸੰਗਤਾਂ ਨੂੰ ਬੇਅੰਤ ਮੁਬਾਰਕਾਂ ਵਧਾਈਆਂ ਹੋਣ। ਗੁਰੂ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਕੇ ਆਪ ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਾਤੇ ਪ੍ਰਵਾਨ ਕਰਦੇ ਦਾਤਾਰ ਪਾਤਸ਼ਾਹ ਸਭਨਾਂ ਨੂੰ ਨਾਮ ਦੀ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ। ਸਾਰੇ ਹੀ ਸੇਵਾਦਾਰ ਜਿਨ੍ਹਾਂ ਨੇ ਇਹ ਉਦਮ ਉਪਰਾਲੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹਿੰਮਤ ਦੇ ਸਦਕਾ ਆਰੰਭੇ ਸਨ ਤੇ ਸੰਪੂਰਨਤਾ ਹੋਈ ਹੈ। ਗੁਰੂ ਪਾਤਸ਼ਾਹ ਨੂੰ ਹੋਰ ਹਿੰਮਤ ਸ਼ਰਧਾ ਸਤਿਕਾਰ ਦੇਵੇ ਕਿਉਂਕਿ ਨਾਮ ਲੈਣ ਤੋਂ ਕਿਸੇ ਦਾ ਵੀ ਨਾਮ ਲੈਣ ਤੋਂ ਮਨਾ ਕੀਤਾ ਗਿਆ ਹੈ। ਨਾਮ ਗੁਰੂ ਪਾਤਸ਼ਾਹ ਵੀ ਜਾਣੀ ਜਾਣ ਹਨ ਸੰਗਤਾਂ ਵੀ ਜਾਣੀ ਜਾਣ ਹਨ। ਗੁਰੂ ਪਾਤਸ਼ਾਹ ਸਭਨਾਂ ਦੀ ਕਿਰਤ ਕਮਾਈ ਸਫਲੀ ਕਰੇ ਜੀ। ਆਓ ਆਨੰਦ ਬਾਣੀ ਨੂੰ ਸਭ ਨਾਲ ਜੁੜੀਏ। ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਰ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ आनंद पया मेरी माए सतगुरु मैं पा। सतगुर ता पाया सहज सेती मन बचिया वाधाइयां घर धन परिवार परियां शब्द गा बनिया शब्दो ता गावो हरि तेरा मन दी बरसाया। कह नानक आनंद होआ सतगुरु मैं पाया। ए मन मेरा तू सदा रहो हर नाम हर नाल रहो तू मन मेरे दुख सब विसारना। अंगीकार करे तेरा कार्य सब सवार सबना गला सब रत स्वामी सो क्यों मनो विसार। कह नानक मन मेरे सदा रहो हर नाल साचे सारे वारा नहीं करते करता तेरे सब कुछ है जिसने सो पावे। सदा सिर्फ सलाह तेरी नाम मन बसार। नाम जिनके मन बसिया बाजे शब्द कलेर। कह नानक सच्चे साहिब क्या नहीं करते साचा नाम मेरा आधार। साच नाम आधार मेरा जिन भुखा सब कर साथ सुख मन आए बसिया जिन इच्छा सब सदा कुर्बान की का गुर बिटो जिसकी आए बढ़िया। कह नानक सुनो संतो शब्द करो प्रिया। साचा नाम मेरा आधारो बाजे पंच शब्द शब्द बाजे कालाज करतारिया। पंच दूत तुद वस कीते काल कंटक मारिया। गुर कर्म पाया तुद जन को से नाम हर के लागे। कह नानक तह सुखो आदित कर अनहद बार। आनंद सुनो बड़ पागियो सगल मनोरथ पूरे। पार परम पद पाया उतरे सगल वसूरे। दुख रोग संताप उतरे सोनी सच्ची पानी। संत साजन भय सर से पूरे गुरते जान। सुनते पुनीत कहते गुरत सब गुर रहा पर पूरे। बिनवंत नानक गुर चरण लागे बाजे अनाथ चूर चलो। पवन गुरु पाणी पिता माता धर्मवान। दिवस रात दुर्दाई दाया खेलै सगल जगत। चढ़ियाइयां बुढ़ियाइयां वाजे कर्मा दूर। करनी आपो अपनी के नेड़े के दूर। जिन्नी नाम ते आया गए मुशक्कत काल। नानक ते मुख उजले केती छुट्टी नाल। जिन्नी नाम ते आया गए मुशक्कत काल। नानक ते मुख उजले केती छुट्टी नाल।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਝੂਠਾ